ਹੈਲੋ एवरीवन ਵੈਲਕਮ ਟੂ ਯੂਰ ਓਨ ਚੈਨਲ ਸਮਾਰਟ ਸਟੱਡੀ ਵਿਦ ਪ੍ਰੀਤ। ਅਸੀਂ ਸਟਾਰਟ ਕੀਤਾ ਸੀਗਾ ਫਲੂਇਡ ਮਕੈਨਿਕਸ ਨੂੰ ਲੈ ਕੇ। ਇਸ ਸਬਜੈਕਟ ਦੇ ਵਿੱਚ ਜੋ ਵੀ ਪ੍ਰੀਵੀਅਸ ਈਅਰ ਕੁਐਸਚਨਸ ਆਏ ਨੇ, ਇੰਪੋਰਟੈਂਟ ਕੁਐਸਚਨਸ ਜੋ ਵੀ ਹੈਗੇ ਆ ਉਹ ਅਸੀਂ ਇਸ ਕਲਾਸ ਦੇ ਵਿੱਚ ਕਵਰ ਕਰਾਂਗੇ। ਐਡਵਰਟਾਈਜ਼ਮੈਂਟ 15 ਆਫ 2025 ਐਂਡ ਐਡਵਰਟਾਈਜ਼ਮੈਂਟ 16 ਆਫ 2025 ਇਹਦੇ ਐਗਜ਼ਾਮ ਡੇਟ ਆ ਚੁੱਕੀ ਆ। ਇਹਦੇ ਪਰਸਪੈਕਟਿਵ ਨੂੰ ਲੈ ਕੇ ਅਸੀਂ ਫਲੂਇਡ ਮਕੈਨਿਕਸ ਨੂੰ ਕਵਰ ਕਰਾਂਗੇ। ਇਸ ਦੀਆਂ ਪਹਿਲੇ 2 ਪਾਰਟ ਆ ਚੁੱਕੇ ਆ, ਜਿਨ੍ਹਾਂ ਨੇ ਉਹ 2 ਪਾਰਟ ਨਹੀਂ ਦੇਖੇ ਉਹ ਦੇਖ ਸਕਦੇ ਆ। ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਹੈ, ਸਰਫੇਸ ਟੈਂਸ਼ਨ ਫॉर ਐਨ ਆਈਡੀਅਲ ਫਲੂਇਡ ਇਜ਼। ਕੀ ਉਹ ਡਿਪੈਂਡਸ ਔਨ ਟੈਂਪਰੇਚਰ ਹੈ? ਆਪਸ਼ਨ ਨੰਬਰ ਵੀ 1 ਇਨਫਾਈਨਾਈਟ ਜਾਂ ਫਿਰ 0। ਸਰਫੇਸ ਟੈਂਸ਼ਨ ਫॉर ਐਨ ਆਈਡੀਅਲ ਫਲੂਇਡ ਦਾ ਕੀ ਆਏਗਾ? ਉਹ 0 ਆਉਂਦਾ ਹੈ। ਕਿਵੇਂ ਆਉਂਦਾ ਅਸੀਂ ਦੇਖਦੇ ਹਾਂ। ਆਪਸ਼ਨ ਨੰਬਰ ਡੀ ਸਾਡਾ ਆਂਸਰ ਹੋਊਗਾ। ਐਨ ਆਈਡੀਅਲ ਫਲੂਇਡ ਹੈਜ਼ 0 ਵਿਸਕੋਸਿਟੀ। ਜੋ ਆਈਡੀਅਲ ਫਲੂਇਡਸ ਹੁੰਦੇ ਆ ਉਹਨਾਂ ਦੀ ਵਿਸਕੋਸਿਟੀ 0 ਹੁੰਦੀ ਆ। 0 ਹੀ ਸਰਫੇਸ ਟੈਂਸ਼ਨ ਹੁੰਦਾ ਆ ਔਰ ਉਹ ਇਨਕੰਪਰੈਸੀਬਲ ਹੁੰਦੀ ਹੈ ਨੇਚਰ ਦੇ ਵਿੱਚ। ਇਸੇ ਕਰਕੇ ਸਾਡਾ ਆਂਸਰ ਆਏਗਾ 0, ਕਿਉਂਕਿ ਐਕਚੁਅਲ ਦੇ ਵਿੱਚ ਆਈਡੀਅਲ ਫਲੂਇਡਸ ਜੋ ਹੈਗੇ ਆ ਉਹ ਐਗਜ਼ਿਸਟ ਨਹੀਂ ਕਰਦੇ। ਰੀਅਲ ਫਲੂਇਡਸ ਜੋ ਹੁੰਦੇ ਆ ਉਹਨਾਂ ਦਾ ਸਰਫੇਸ ਟੈਂਸ਼ਨ ਵੀ ਹੁੰਦੀ ਹੈ, ਵਿਸਕੋਸਿਟੀ ਵੀ ਹੁੰਦੀ ਹੈ। ਠੀਕ ਹੈ ਜੀ। ਇਸੇ ਕਰਕੇ ਆਈਡੀਅਲ ਫਲੂਇਡ ਦਾ ਆਂਸਰ ਕੀ ਆਏਗਾ ਸਾਡੇ ਕੋਲ? ਡੀ। ਨੈਕਸਟ ਕੁਐਸਚਨ ਚੱਲਦੇ ਹਾਂ। ਇਹ ਕੁਐਸਚਨ ਰਹਿਣ ਦਿਓ, ਅਗਲੇ ਕੁਐਸਚਨ ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਇਜ਼ ਵਿਸਕੋਸਿਟੀ ਆਫ ਵਾਟਰ ਇਨ ਕੰਪਰੈਸ਼ਨ ਟੂ ਮਰਕਰੀ ਇਜ਼। ਜੋ ਵਾਟਰ ਦੀ ਵਿਸਕੋਸਿਟੀ ਹੁੰਦੀ ਆ ਮਰਕਰੀ ਦੇ ਕੰਪੈਰੀਜ਼ਨ ਕੀ ਹੁੰਦੀ ਹੈ? ਕਿ ਉਹ ਹਾਇਰ ਹੁੰਦੀ ਹੈ, ਲੋਅਰ ਹੁੰਦੀ ਹੈ, ਜਾਂ ਫਿਰ ਸੇਮ, ਜਾਂ ਫਿਰ ਹਾਇਰ ਲੋਅਰ ਡਿਪੈਂਡਿੰਗ ਔਨ ਟੈਂਪਰੇਚਰ। ਵਿਸਕੋਸਿਟੀ ਤਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ। ਵਿਸਕੋਸਿਟੀ ਦਾ ਮਤਲਬ ਹੁੰਦਾ ਆ ਕਿ ਉਹਦੇ ਮੋਸ਼ਨ ਦੇ ਵਿੱਚ ਕਿੰਨੀ ਰਜਿਸਟੈਂਸ ਆ। ਸੋ ਵਾਟਰ ਦੀ ਜਿਹੜੀ ਵਿਸਕੋਸਿਟੀ ਆ ਉਹ ਐਜ਼ ਕੰਪੇਅਰ ਟੂ ਮਰਕਰੀ ਜਿਹੜੀ ਹੈਗੀ ਆ ਉਹ ਹਮੇਸ਼ਾ ਲੋਅਰ ਹੁੰਦੀ ਹੈ। ਠੀਕ ਹੈ ਜੀ। ਸੋਲਿਊਸ਼ਨ ਬੀ ਸਾਡਾ ਆਂਸਰ ਆਊਗਾ। ਨੈਕਸਟ ਕੁਐਸਚਨ ਦੇ ਵਿੱਚ ਕੀ ਹੈ, ਹਾਈਡਰੋਮੀਟਰ ਇਜ਼ ਯੂਜ਼ ਟੂ ਡਿਟਰਮਾਈਨ। ਜੋ ਹਾਈਡਰੋਮੀਟਰ ਆ ਉਹ ਕੀ ਮੇਜ਼ਰ ਕਰਨ ਦੇ ਕੰਮ ਆਉਂਦਾ ਆ? ਕੀ ਉਹ ਰਿਲੇਟਿਵ ਹਿਊਮਿਡਿਟੀ ਆ, ਜਾਂ ਬਿਯੋਂਡ ਫੋਰਸ ਆ, ਜਾਂ ਸਪੈਸੀਫਿਕ ਗ੍ਰੈਵਿਟੀ ਆਫ ਲਿਕੁਇਡ ਆ, ਜਾਂ ਵਿਸਕੋਸਿਟੀ ਆਫ ਲਿਕੁਇਡਸ ਆ? ਕੀ ਆਂਸਰ ਆਏਗਾ? ਇਹਦਾ ਆਂਸਰ ਆਏਗਾ ਸੀ, ਸਪੈਸੀਫਿਕ ਗ੍ਰੈਵਿਟੀ ਆਫ ਲਿਕੁਇਡਸ। ਜੋ ਹਾਈਡਰੋਮੀਟਰ ਆ, ਹਾਈਡਰੋਮੀਟਰ ਸਪੈਸੀਫਿਕ ਗ੍ਰੈਵਿਟੀ ਆਫ ਲਿਕੁਇਡਸ ਨੂੰ ਮਾਪਣ ਦੇ ਕੰਮ ਆਉਂਦਾ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਜਿਵੇਂ ਦੇਖ ਸਕਦੇ ਹੋ, ਹਾਈਡਰੋਮੀਟਰ ਇਜ਼ ਐਨ ਇੰਸਟਰੂਮੈਂਟ ਯੂਜ਼ਡ ਫॉर ਮੇਜ਼ਰਿੰਗ ਦਾ ਰਿਲੇਟਿਵ ਡੈਂਸਿਟੀ ਆਫ ਲਿਕੁਇਡ ਬੇਸਡ ਔਨ ਦਾ ਕੰਸੈਪਟ ਆਫ ਬਿਊਂਸੀ। ਨੈਕਸਟ ਕੁਐਸਚਨ ਇਜ਼ specific volume and mass density. Specific volume and mass density is directly proportional, inversely proportional, proportional to square, ਜਾਂ ਫਿਰ proportional to square root। ਇਹਦਾ ਆਂਸਰ ਆਏਗਾ ਇਨਵਰਸਲੀ ਪ੍ਰਪੋਰਸ਼ਨਲ। ਜੋ ਸਪੈਸੀਫਿਕ ਵੋਲੀਅਮ ਆ ਉਹ ਐਂਡ ਮਾਸ ਡੈਂਸਿਟੀ ਆ, ਇਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਹੈਗਾ ਹੈ ਕਿ ਇਹ ਦੋਨੋਂ ਇਨਵਰਸਲੀ ਪ੍ਰਪੋਰਸ਼ਨਲ ਹੁੰਦੇ ਆ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਡਾਇਰੈਕਟਲੀ ਪ੍ਰਪੋਰਸ਼ਨਲ ਔਰ ਇਨਵਰਸਲੀ ਪ੍ਰਪੋਰਸ਼ਨਲ ਦਾ ਤੁਹਾਨੂੰ ਪਤਾ ਆ। ਜਿਵੇਂ ਦੇਖੋ, ਡਾਇਰੈਕਟਲੀ ਪ੍ਰਪੋਰਸ਼ਨਲ ਕੀ ਹੁੰਦਾ? ਅਗਰ ਮੈਂ ਕਹਾਂ ਕਿ ਮਾਸ ਜੋ ਹੈਗਾ, ਮਾਸ ਇਨਵਰਸਲੀ ਪ੍ਰਪੋਰਸ਼ਨਲ ਟੂ ਵੋਲੀਅਮ, ਜਸਟ ਐਨ ਐਗਜ਼ਾਮਪਲ। ਅਗਰ ਮੈਂ ਕਹਾਂ ਕਿ ਮਾਸ ਜੋ ਹੈ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਵੋਲੀਅਮ ਆ, ਇਹਦਾ ਮਤਲਬ ਇਹ ਹੈ ਕਿ ਅਗਰ ਮਾਸ ਵਧੇਗਾ, ਮਾਸ ਵਧਣ ਦੇ ਨਾਲ ਵੋਲੀਅਮ ਵੀ ਵੱਧਦਾ ਜਾਏਗਾ। ਅਗਰ ਮੈਂ ਕਹਿ ਦੇਵਾਂ ਕਿ ਮਾਸ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਵੋਲੀਅਮ, ਇਹਦੇ ਨਾਲ 1/v ਆਊਗਾ। ਕਿ ਅਗਰ ਮਾਸ ਵਧੇਗਾ, ਇਨਵਰਸਲੀ ਪ੍ਰਪੋਰਸ਼ਨਲ ਦਾ ਮਤਲਬ ਕਿ ਜਿਵੇਂ ਜਿਵੇਂ ਮਾਸ ਵਧੇਗਾ ਉੱਦਾਂ ਉੱਦਾਂ ਵੋਲੀਅਮ ਜੋ ਹੈਗਾ ਉਹ ਘਟਦਾ ਜਾਊਗਾ। ਠੀਕ ਆ, ਇਹ ਉਲਟੇ ਹੁੰਦੇ। ਚਲਦੇ ਆ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਕੀ ਕਹਿੰਦਾ, ਇਨਵਰਡਨ ਟਿਊਬ। ਇਨਵਰਡਨ ਟਿਊਬ ਦੇ ਵਿੱਚ ਆਪਸ਼ਨਸ ਦੇਖਦੇ ਹਾਂ। ਦ ਡਿਫਲੈਕਸ਼ਨ ਇਜ਼ ਪ੍ਰਪੋਰਸ਼ਨਲ ਟੂ ਪ੍ਰੈਸ਼ਰ ਡਿਫਰੈਂਸ, ਦ ਡਿਫਲੈਕਸ਼ਨ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਪ੍ਰੈਸ਼ਰ ਡਿਫਰੈਂਸ, ਜਾਂ ਫਿਰ ਦ ਡਿਫਲੈਕਸ਼ਨ ਇਜ਼ ਇੰਡੀਪੈਂਡੈਂਟ ਆਫ ਪ੍ਰੈਸ਼ਰ ਡਿਫਰੈਂਸ, ਜਾਂ ਫਿਰ ਡਿਫਲੈਕਸ਼ਨ ਇਜ਼ ਡਿਪੈਂਡਸ ਔਨ ਦੀ ਏਅਰ ਟੈਂਪਰੇਚਰ। ਇਹਦਾ ਆਂਸਰ ਆਊਗਾ ਆਪਸ਼ਨ ਨੰਬਰ ਏ, ਦ ਡਿਫਲੈਕਸ਼ਨ ਇਜ਼ ਪ੍ਰਪੋਰਸ਼ਨਲ ਟੂ ਪ੍ਰੈਸ਼ਰ ਡਿਫਰੈਂਸ। ਇਹ ਇਹਦਾ ਰਾਈਟ ਆਂਸਰ ਆ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਪਹਿਲੇ ਨੂੰ ਦੇਖ ਲਈਏ। ਬਰਡਨ ਟਿਊਬ ਪ੍ਰੈਸ਼ਰ ਗੇਜ ਇਜ਼ ਯੂਜ਼ਡ ਫॉर ਮੇਜ਼ਰਿੰਗ ਹਾਈ
ਐਜ਼ ਵੈਲ ਐਜ਼ ਲੋ ਪ੍ਰੈਸ਼ਰ। ਇਹ ਹਾਈ ਪ੍ਰੈਸ਼ਰ ਔਰ ਲੋ ਪ੍ਰੈਸ਼ਰ ਦੋਨਾਂ ਦੇ ਲਈ ਯੂਜ਼ ਹੁੰਦਾ ਹੈ। ਔਰ ਇਨ ਅ ਬਰਡਨ ਟਿਊਬ ਦੇ ਵਿੱਚ ਪ੍ਰੈਸ਼ਰ ਗੇਜ ਦਾ ਡਿਫਲੈਕਸ਼ਨ ਇਜ਼ ਪ੍ਰਪੋਰਸ਼ਨਲ ਟੂ ਪ੍ਰੈਸ਼ਰ ਡਿਫਰੈਂਸ। ਠੀਕ ਹੈ, ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਗੇਜ ਪ੍ਰੈਸ਼ਰ ਹੈਜ਼ ਵੈਲਿਊ। ਜੋ ਗੇਜ ਪ੍ਰੈਸ਼ਰ ਆ ਉਹਦੀ ਵੈਲਿਊ ਕੀ ਹੁੰਦੀ ਹੈ? 0 ਹੁੰਦੀ ਹੈ, ਪੋਜ਼ੀਟਿਵ ਹੁੰਦੀ ਹੈ, ਨੈਗੇਟਿਵ ਜਾਂ ਫਿਰ ਆਲ ਆਫ ਦਾ ਅਬਵ। ਇਹਦੇ ਵਿੱਚ ਇਹਦਾ ਆਨਸਰ ਆਏਗਾ ਆਲ ਆਫ ਦਾ ਅਬਵ। ਜੋ ਗੇਜ ਪ੍ਰੈਸ਼ਰ ਆ ਇਹਦੀ 0 ਵੀ ਹੋ ਸਕਦੀ ਆ, ਪੋਜ਼ੀਟਿਵ ਵੈਲਿਊ ਵੀ ਹੋ ਸਕਦੀ ਆ ਔਰ ਨੈਗੇਟਿਵ ਵੈਲਿਊ ਵੀ ਹੋ ਸਕਦੀ ਹੈ। ਠੀਕ ਹੈ ਜੀ, ਦੇਖੋ ਗੇਜ ਪ੍ਰੈਸ਼ਰ ਜੋ ਹੈਗਾ ਆ ਇਹਦੇ ਵਿੱਚ ਕੀ ਹੁੰਦਾ ਹੈ? ਵੈਨ ਦਾ ਪ੍ਰੈਸ਼ਰ ਇਜ਼ ਮੇਜ਼ਰਡ ਈਦਰ ਅਬਵ ਔਰ ਬਿਲੋ ਐਟਮੋਸਫੇਰਿਕ ਪ੍ਰੈਸ਼ਰ ਐਜ਼ ਡੈਟਮ। ਠੀਕ ਹੈ, ਜਦੋਂ ਪ੍ਰੈਸ਼ਰ ਅਸੀਂ ਮੇਜ਼ਰ ਕਰਦੇ ਹਾਂ, ਅਗਰ ਅਸੀਂ ਅਬਵ ਮੇਜ਼ਰ ਕਰਦੇ ਹਾਂ ਜਾਂ ਬਿਲੋ ਅਸੀਂ ਮੇਜ਼ਰ ਕਰਦੇ ਹਾਂ ਤਾਂ ਉਹ ਡੈਟਮ ਦੇ ਵਿੱਚ ਆ ਜਾਂਦਾ। ਇਹਨੂੰ ਅਸੀਂ ਕਹਿ ਦਿੰਦੇ ਹਾਂ ਗੇਜ ਪ੍ਰੈਸ਼ਰ। ਇਹ ਤੁਸੀਂ ਥਿਊਰੀ ਦੀ ਆਪਣੀ ਨੋਟਸ ਵਗੈਰਾ ਕੱਢ ਕੇ ਦੇਖ ਸਕਦੇ ਹੋ। ਠੀਕ ਹੈ ਜੀ, ਉਹਦੀ ਡਾਇਗਰਾਮ ਹੁੰਦੀ ਹੈ ਬਕਾਇਦਾ। ਔਰ ਫਿਲਹਾਲ ਅਸੀਂ ਕੁਐਸਚਨਸ ਕਰ ਰਹੇ ਹਾਂ, ਇਸ ਕਰਕੇ ਮੈਂ ਜ਼ਿਆਦਾ ਇਹਨੂੰ ਇਲੈਬੋਰੇਟ ਨਹੀਂ ਕਰਾਂਗੀ। ਜਦੋਂ ਅਸੀਂ ਥਿਊਰੀ ਕਰਾਂਗੇ ਇਹ ਚੀਜ਼ ਅਸੀਂ ਉਦੋਂ ਕਰਾਂਗੇ। ਦਿਸ ਇਜ਼ ਮੇਜ਼ਰਡ ਵਿਦ ਦੀ ਹੈਲਪ ਆਫ ਪ੍ਰੈਸ਼ਰ ਮੇਜ਼ਰਿੰਗ ਇੰਸਟਰੂਮੈਂਟ। ਇਹਨੂੰ ਅਸੀਂ ਜੋ ਪ੍ਰੈਸ਼ਰ ਮੇਜ਼ਰਿੰਗ ਇੰਸਟਰੂਮੈਂਟ ਆ ਉਹਦੇ ਨਾਲ ਮੇਜ਼ਰ ਕਰਦੇ ਹਾਂ। ਐਂਡ ਥੀਸ ਕੈਨ ਬੀ 0, ਪੋਜ਼ੀਟਿਵ ਔਰ ਨੈਗੇਟਿਵ। ਇਹੀ ਸਾਡਾ ਕੁਐਸਚਨ ਸੀਗਾ ਕਿ ਸਾਡਾ ਜੋ ਗੇਜ ਪ੍ਰੈਸ਼ਰ ਆ ਇਹ 0 ਆ ਸਕਦਾ, ਪੋਜ਼ੀਟਿਵ ਆ ਸਕਦਾ ਔਰ ਨੈਗੇਟਿਵ ਆ ਸਕਦਾ। ਠੀਕ ਹੈ ਜੀ, ਅਗਰ ਸਾਡੇ ਕੋਲ ਇੱਕ ਦਿੱਤਾ ਹੁੰਦਾ, ਆਲ ਆਫ ਅਬਵ ਨਾ ਦਿੱਤਾ ਹੁੰਦਾ ਔਰ ਇਹਨਾਂ ਵਿੱਚੋਂ ਕੋਈ ਚੀਜ਼ ਹੋਰ ਦਿੱਤੀ ਹੁੰਦੀ, ਫਿਰ ਸਾਡਾ ਆਪਸ਼ਨ ਹੋ ਸਕਦਾ ਸੀਗਾ, ਲੇਕਿਨ ਸਾਨੂੰ ਆਲ ਆਫ ਦੀਜ਼ ਕਰਕੇ ਸਾਡਾ ਇਹੀ ਆਨਸਰ ਆਏਗਾ। ਠੀਕ ਹੈ ਜੀ, ਅਗਲੇ ਕੁਐਸਚਨ 'ਤੇ ਮੂਵ ਕਰਦੀ ਹਾਂ। ਅਗਲਾ ਕੁਐਸਚਨ ਕੀ ਕਹਿੰਦਾ? ਦ ਪੁਆਇੰਟ ਆਫ ਇੰਟਰਸੈਕਸ਼ਨ ਬਿਟਵੀਨ ਬਿਯੋਂਡ ਫੋਰਸ ਐਂਡ ਸੈਂਟਰ ਲਾਈਨ ਆਫ ਬੋਡੀ ਇਜ਼ ਕੋਲਡ। ਇੱਦਾਂ ਦਾ ਪੁਆਇੰਟ ਜਿੱਥੇ ਸਾਡਾ ਜੋ ਇੰਟਰਸੈਕਸ਼ਨ ਹੁੰਦੀ ਆ, ਦ ਪੁਆਇੰਟ ਆਫ ਇੰਟਰਸੈਕਸ਼ਨ ਬਿਟਵੀਨ ਬਿਯੋਂਡ ਫੋਰਸ ਐਂਡ ਸੈਂਟਰ ਲਾਈਨ ਆਫ ਬੋਡੀ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਕਿ ਅਸੀਂ ਉਹਨੂੰ ਸੈਂਟਰ ਆਫ ਗ੍ਰੈਵਿਟੀ ਕਹਿੰਦੇ ਹਾਂ, ਜਾਂ ਅਸੀਂ ਉਹਨੂੰ ਮੈਟਾ ਸੈਂਟਰ ਕਹਿੰਦੇ ਹਾਂ, ਜਾਂ ਅਸੀਂ ਉਹਨੂੰ ਸੈਂਟਰ ਆਫ ਪ੍ਰੈਸ਼ਰ ਕਹਿੰਦੇ ਹਾਂ, ਜਾਂ ਅਸੀਂ ਉਹਨੂੰ ਸੈਂਟਰੋਇਡ ਕਹਿੰਦੇ ਹਾਂ। ਇਹਦਾ ਆਨਸਰ ਆਏਗਾ ਮੈਟਾ ਸੈਂਟਰ। ਠੀਕ ਹੈ ਜੀ, ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ। ਦ ਪੁਆਇੰਟ ਆਫ ਇੰਟਰਸੈਕਸ਼ਨ ਬਿਟਵੀਨ ਬਿਯੋਂਡ ਫੋਰਸ ਐਂਡ ਸੈਂਟਰ ਲਾਈਨ ਆਫ ਬੋਡੀ ਇਜ਼ ਕੋਲਡ ਮੈਟਾ ਸੈਂਟਰ। ਠੀਕ ਹੈ ਜੀ, ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਅਗਲਾ ਕੁਐਸਚਨ ਕੀ ਕਹਿੰਦਾ? ਪਹਿਲਾਂ ਇਹਨੂੰ ਦੇਖ ਲਈ ਇੱਕ ਵਾਰੀ। ਮੈਟਾ ਸੈਂਟਰ ਮੇ ਬੀ ਡਿਫਾਈਨਡ ਐਜ਼ ਦਾ ਇੰਟਰਸੈਕਸ਼ਨ ਆਫ ਦਾ ਲਾਈਨ, ਜਿਹਦੇ ਵਿੱਚ ਇੰਟਰਸੈਕਸ਼ਨ ਹੁੰਦੀ ਹੈ ਲਾਈਨ ਦੀ, ਪਾਸਿੰਗ ਥਰੂ ਦੀ ਓਰੀਜਨਲ ਸੈਂਟਰ ਆਫ ਬਿਯੋਂਸੀ। ਠੀਕ ਹੈ ਜੀ, ਅੱਗੇ ਗੇਜ ਪ੍ਰੈਸ਼ਰ। ਗੇਜ ਪ੍ਰੈਸ਼ਰ हैज़ अ वैल्यू। आई थिंक ये क्वेश्चन रिपीट हो गया। अगले क्वेश्चन पे चलते हैं। द पॉइंट ऑफ इंटरसेक्शन बिटवीन बियॉन्ड फोर्स एंड सेंटर लाइन ऑफ बॉडी इज कॉल्ड। आई थिंक ये क्वेश्चन भी रिपीट हो गया। ओके, अगले क्वेश्चन पे टाइम ऑसिलेशन ऑफ फ्लोटिंग बॉडी विद इनक्रीज इन मेटासेंटर हाइट विल बी। जो टाइम ऑसिलेशन होंगी है फ्लोटिंग बॉडी की, वो इनक्रीज करती है इन मेटासेंट्रिक हाइट विल बी सेम, हायर, लोअर या फिर लोअर ऑन हायर डिपेंडिंग वेट ऑफ बॉडी। की आएगा जी ਇਹਦਾ आंसर? ਇਹਦਾ आंसर आएगा ऑप्शन नंबर सी। ठीक है जी, आगे चलते हैं। द टाइम ऑसिलेशन ऑफ फ्लोटिंग बॉडी विद इनक्रीज इन मेटासेंटर विल बी लोअर। ठीक है, द टाइम पीरियड ਨੂੰ ਅਸੀਂ ऑसिलेशन टी ਦੇ ਨਾਲ रिप्रेजेंट करते हैं। ओके, नेक्स्ट क्वेश्चन है अ शार्प एज्ड obstruction over which the flow of fluid takes place। जो शार्प एज्ड obstruction है over the flow of fluid takes place where notch, orifice ਜਾਂ फिर none of the above। की आएगा ਇਹਦਾ आंसर? ਇਹਦਾ आंसर आएगा orifice। ठीक है जी, a sharp edged obstruction over which the flow of fluid takes place is orifice। Orifice is a cheap device comparatively for discharge measurements। discharge measurements जो ਅਸੀਂ ਕੱਲ ਕਲਾਸ ਵਿੱਚ ਕੀਤੇ ਸੀਗੇ, ਜਿਹਦੇ ਵਿੱਚ ਅਸੀਂ ਵੈਂਚੀਓਰੀਮੀਟਰਸ ਵਗੈਰਾ ਕੀਤੇ ਸੀਗੇ। ਠੀਕ ਹੈ ਜੀ, ਇਹ ਸੀਗੀ ਸਾਡੀ ਅੱਜ ਦੀ ਕਲਾਸ। ਥੈਂਕ ਯੂ ਸੋ ਮਚ ਫॉर ਵਾਚਿੰਗ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਇਸ ਤਰ੍ਹਾਂ ਦੀ ਹੋਰ ਇੰਟਰਸਟਿੰਗ ਐਂਡ ਇੰਪੋਰਟੈਂਟ ਕੁਐਸਚਨਸ ਨੂੰ ਲੈ ਕੇ।
ਕੱਲ੍ਹ ਦੀ ਕਲਾਸ ਦੇ ਵਿੱਚ ਆਵਾਂਗੇ। ਥੈਂਕ ਯੂ ਸੋ ਮਚ। ਬਾਏ ਬਾਏ।